ਆਉਂਦੀ 16 ਮਾਰਚ ਨੂੰ ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਜ਼ੀਰਾਂ ਸਣੇ ਸਹੁੰ ਚੁੱਕਣਗੇ ਅਤੇ ਕੱਲ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਅੰਮ੍ਰਿਤਸਰ ਦੇ ਵਿੱਚ ਜੇਤੂ ਜਲੂਸ ਕੱਢਣਗੇ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਪੰਜਾਬ, ਭਾਰਤ ਅਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਤੋਂ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਅਤੇ ਵਿਧਾਇਕ ਦਲ ਦੇ ਲੀਡਰ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਸ਼ਨੀਚਰਵਾਰ ਸਵੇਰੇ ਮੁਲਾਕਾਤ ਕੀਤੀ ਅਤੇ ਰਾਜਪਾਲ ਨੂੰ 92 ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪ ਕੇ ਸੂਬੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਭਗਵੰਤ ਮਾਨ ਮੀਡੀਆ ਦੇ ਨਾਲ ਵੀ ਮੁਖਾਤਿਬ ਹੋਏ। ਮਾਨ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਸਾਹਿਬ ਨੂੰ ਮਿਲ ਕੇ ਸਾਰੇ ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪ ਦਿੱਤਾ ਹੈ। ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਤੇ 16 ਮਾਰਚ ਨੂੰ 12:30 ਵਜੇ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਹੋਵੇਗਾ। ਭਗਵੰਤ ਮਾਨ ਨੇ ਸਾਰੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਹੈ, ਕਹਿ ਕੇ ਪੂਰੇ ਪੰਜਾਬ ਤੋਂ ਘਰ-ਘਰ ਤੋਂ ਲੋਕ ਪਹੁੰਚਣਗੇ। ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਵਾਂਗੇ। ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਘਰ-ਘਰ ਪਹੁੰਚਾਉਣ ਦਾ ਸੰਕਲਪ ਵੀ ਲਵਾਂਗੇ। ਉਹਨਾਂ ਕਿਹਾ ਕਿ ਸਾਰੇ ਪੰਜਾਬ ਨੂੰ ਮੈਂ ਸੱਦਾ ਪੱਤਰ ਦਿੰਦਾ ਹਾਂ ਕਿਉਂਕਿ ਮੈਂ ਨਹੀਂ, ਸਾਡੀ ਵਜ਼ਾਰਤ ਨੇ ਨਹੀਂ, ਕੱਲੇ-ਕੱਲੇ ਪੰਜਾਬੀ ਨੇ ਸਹੁੰ ਚੁੱਕਣੀ ਹੈ। ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੀ ਸਹੁੰ ਚੁੱਕਣੀ ਹੈ। ਕੈਬਨਿਟ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਕੈਬਨਿਟ ਬਹੁਤ ਚੰਗੀ ਹੋਵੇਗੀ, ਇਤਿਹਾਸਿਕ ਫੈਸਲੇ ਲਵੇਗੀ, ਅਜਿਹੇ ਫੈਸਲੇ ਜੋ ਅੱਜ ਤੋਂ ਪਹਿਲਾਂ ਕਦੇ ਨਾ ਲਏ ਗਏ ਹੋਣ। ਸਮਰਥਨ ਪੱਤਰ ਜਿਹੜਾ 91 ਵਿਧਾਇਕਾਂ ਦਾ ਉਹ ਅਸੀਂ ਸੌਂਪਿਆ ਤੇ ਉਹਨਾਂ ਨੇ ਖਿੜੇ ਮੱਥੇ ਇਹਨੂੰ ਪ੍ਰਵਾਨ ਕੀਤਾ ਹੈ ਤੇ 16 ਮਾਰਚ ਨੂੰ 12:30 ਵਜੇ ਸਹੁੰ ਚੁੱਕ ਸਮਾਗਮ ਹੋਊਗਾ। 16 ਮਾਰਚ ਨੂੰ 12:30 ਵਜੇ ਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਸਾਡੇ ਵੱਲੋਂ ਸੱਦਾ ਪੱਤਰ ਹੈ। ਕੱਲੇ ਪੰਜਾਬੀ ਨੇ ਸਹੁੰ ਚੱਕਣੀ ਹੈ। ਉਸ ਦਿਨ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਸਹੁੰ ਚੱਕਣੀ ਹੈ। ਆਪਣਾ ਸਭ ਕੁਝ ਪੰਜਾਬ ਦੀ ਤਰੱਕੀ ਲਈ ਨਿਸ਼ਾਵਰ ਕਰਨ ਦੀ ਸਹੁੰ ਚੱਕਾਂਗੇ। ਉਧਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ ਦੇ ਵਿੱਚੋਂ ਖਤਮ ਹੋਣਾ ਸਿੱਖਾਂ ਦੇ ਲਈ ਬਹੁਤ ਜ਼ਿਆਦਾ ਘਾਤਕ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਦੇ ਨਾਲ-ਨਾਲ ਸਿੱਖਾਂ ਦੇ ਲਈ ਵੀ ਘਾਤਕ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਅਕਾਲੀ ਦਲ ਦੇ ਸਾਰੇ ਧੜੇ ਨੇ ਜਿਹੜੇ ਉਹ ਤਖਤ ਸਾਹਿਬ ਵਿਖੇ ਇਕੱਠੇ ਹੋਣ ਅਤੇ ਆਪਣੇ ਵੱਖਰੇਵੇਂ ਮਿਟਾ ਕੇ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਨਹੀਂ, ਇੱਕ ਸੋਚ ਹੈ ਜਿਸ ਨੂੰ ਬਾਕੀ ਸਿਆਸੀ ਤਰ੍ਹਾਂ ਖੋਰਾ ਲਾ ਰਹੀਆਂ ਨੇ। ਪੰਜਾਬ ਦੇ ਲੋਕਾਂ ਨੂੰ ਹੀ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਉਜਾਗਰ ਕਰਨਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਹੋਰ ਕੋਈ ਪਾਰਟੀ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਲਈ ਫੈਸਲੇ ਕਰ ਹੀ ਨਹੀਂ ਸਕਦੀ ਤੇ ਜਾਤੀ ਦੇ ਵੱਖਰੇਵੇਂ ਬਾਰੇ ਵੀ ਬੋਲੇ। ਇਸ ਮੌਕੇ ਉਹਨਾਂ ਨੇ ਉਹਨਾਂ ਸਿੱਖਾਂ ਦੇ ਲਈ ਬਦਤਮੀਜ਼ ਸ਼ਬਦ ਦੀ ਵਰਤੋਂ ਵੀ ਕੀਤੀ ਜਿਹੜੇ ਜਾਤੀ ਦੇ ਵੱਖਰੇਵਿਆਂ ਦੀ ਜਨਤਕ ਤੌਰ ਤੇ ਗੱਲ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਇਹ ਸਿੱਖਾਂ ਲਈ ਬੜਾ ਘਾਤਕ ਹੈ, ਇਸ ਲਈ ਸਿੱਖ ਚਿੰਤਤ ਨਜ਼ਰ ਆ ਰਹੇ। ਦਿੱਲੀ ਨੂੰ ਵੀ ਕਹਿਣਾ ਚਾਹਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਲਈ ਵੀ ਘਾਤਕ ਹੈ, ਦੇਸ਼ ਲਈ ਵੀ ਸਹੀ ਨਹੀਂ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹਿੰਦੁਸਤਾਨ ਨੂੰ, ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਬਣਦਾ ਜਿਹੜਾ ਹੈ ਉਹ ਰੋਲ ਅਦਾ ਕੀਤਾ ਹੈ। ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਨੇ ਸਾਰੇ ਜਿਹੜੇ ਨੇ ਆਪਣੀ ਆਪਣੀ ਈਗੋ ਨੂੰ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਇੱਕ ਐਸਾ ਪਲੇਟਫਾਰਮ ਦਿੱਤਾ ਹੈ ਜਿੱਥੇ ਅਸੀਂ ਆਪਣੀ ਗੱਲ ਰੱਖ ਸਕਦੇ, ਉੱਥੇ ਸਾਨੂੰ ਬੈਠ ਕੇ ਇਕੱਠੇ ਹੋ ਕੇ ਤੁਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਅੱਜ ਸਿੱਖ ਸਮਾਜ ਦੇ ਵਿੱਚ ਜਾਤ ਪਾਤ ਵਿਤਕਰੇਬਾਜ਼ੀਆਂ, ਨਫ਼ਰਤਬਾਜ਼ੀਆਂ ਔਰ ਵੱਡੀ ਗੱਲ ਕਿ ਸਿੱਖਾਂ ਦੇ ਵਿੱਚ ਬਦਤਮੀਜ਼ੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਇੱਕ ਵੱਡਾ ਵਿਕਾਰ ਦੇ ਰੂਪ ਦੇ ਵਿੱਚ ਪੈਦਾ ਹੋ ਗਈ। ਇਸ ਨੂੰ ਦੂਰ ਕਰਨ ਦੇ ਲਈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਓ, ਬੈਠੋ। ਸ੍ਰੀ ਅਕਾਲ ਤਖਤ ਸਾਹਿਬ ਤੁਹਾਡਾ ਹੈ, ਸ੍ਰੀ ਅਕਾਲ ਤਖਤ ਸਾਹਿਬ ਵੱਲ ਮੁੱਖ ਕਰੋ। ਸ੍ਰੀ ਅਕਾਲ ਤਖਤ ਸਾਹਿਬ ਤੁਹਾਡੀ ਤਾਕਤ ਬਣੇਗਾ
ਔਰ ਤੁਸੀਂ ਤਾਕਤਵਰ ਹੋਵੋਗੇ। ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਤੋਂ ਬਾਅਦ ਪੰਥਕ ਹਲਕਿਆਂ ਦੇ ਵਿੱਚ ਕਾਫੀ ਹਲਚਲ ਮਚੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਜਥੇਦਾਰ ਸਾਹਿਬ ਨੂੰ ਕਿਹਾ ਹੈ ਕਿ ਜਥੇਦਾਰ ਜੀ, ਖਤਮ ਸ਼੍ਰੋਮਣੀ ਅਕਾਲੀ ਦਲ ਨਹੀਂ ਹੋਇਆ, ਨਾ ਹੀ ਹੋਣਾ ਹੈ, ਖਤਮ ਬਾਦਲ ਪਰਿਵਾਰ ਹੋਇਆ ਹੈ। ਤੁਸੀਂ ਅਕਾਲ ਤਖਤ ਸਾਹਿਬ ਤੇ ਬਹਿ ਕੇ ਇਹ ਕੀਰਨੇ ਨਾ ਪਾਓ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ, ਕਿਉਂਕਿ ਅਕਾਲ ਤਖਤ ਸਾਹਿਬ ਪੰਥ ਦੀ ਚੜ੍ਹਦੀ ਕਲਾ ਦੇ ਜੈਕਾਰੇ ਗੁੰਜਾਉਂਦਾ ਹੈ। ਉਹਨਾਂ ਨੇ ਸਵਾਲ ਵੀ ਪੁੱਛੇ ਕਿ ਕੀ ਉਦੋਂ ਅਕਾਲੀ ਦਲ ਜਿਉਂਦਾ ਸੀ ਜਦੋਂ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਸੀ। ਕਈ ਤਿੱਖੇ ਸਵਾਲ ਉਹਨਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਪੁੱਛੇ ਨੇ। ਤੁਸੀਂ ਕੀਰਨੇ ਪਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਸਿੱਖ ਕੌਮ ਲਈ ਘਾਤਕ ਹੈ। ਮੈਨੂੰ ਅਫਸੋਸ ਹੈ ਤੁਹਾਡੀ ਜ਼ੁਬਾਨ 'ਚੋਂ ਇਹ ਸ਼ਬਦ ਨਿਕਲ ਰਹੇ ਨੇ। ਅਕਾਲੀ ਦਲ ਨਾ ਕਦੀ ਖਤਮ ਹੋਇਆ ਗਿਆਨੀ ਜੀ, ਨਾ ਹੋ ਸਕਦਾ। ਖਤਮ ਹੋਇਆ ਤੇ ਬਾਦਲ ਦਾ ਪਰਿਵਾਰ ਖਤਮ ਹੋਇਆ, ਜਿਹਦੀਆਂ ਤੁਸੀਂ ਜੁੱਤੀਆਂ ਚੁੱਕਦੇ ਫਿਰਦੇ ਹੋ, ਜਿਹਦੀਆਂ ਤੁਸੀਂ ਬੁੱਤੀਆਂ ਸਾਰਦੇ ਫਿਰਦੇ ਹੋ। ਇਹ ਤੁਹਾਡੀਆਂ ਜ਼ਿੰਮੇਵਾਰੀਆਂ ਨਹੀਂ ਜਿਹੜੀਆਂ ਤੁਸੀਂ ਨਿਭਾ ਰਹੇ ਹੋ। ਤੁਸੀਂ ਇੱਕ ਗੁਲਾਮ ਦੀ ਜ਼ਿੰਦਗੀ ਜਿਉ ਰਹੇ ਹੋ। ਤੁਸੀਂ ਗੁਲਾਮਾਂ ਵਾਲਾ ਜਿਹੜਾ ਵਿਵਹਾਰ ਸ਼ੁਰੂ ਕੀਤਾ, ਇਹਨੂੰ ਬੰਦ ਕਰੋ। ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਦਿੱਲੀ ਨੂੰ ਅਪੀਲ ਕਰ ਰਹੇ ਹੋ ਕਿ ਅਕਾਲੀ ਦਲ ਬਚਾਵੇ। ਇਹਦੇ ਮਾਅਨੇ ਕੀ ਨੇ? ਸਿੱਖ ਕੌਮ ਨੂੰ ਸਮਝਾਓ, ਇੱਕ ਦਫਾ ਹੋਰ ਕਲੀਅਰ ਕਰੋ। ਦਿੱਲੀ ਤੁਸੀਂ ਕਿਸ ਨੂੰ ਕਹਿ ਰਹੇ ਹੋ ਅਕਾਲੀ ਦਲ ਬਚਾਉਣ ਲਈ? ਕਿਸ ਨੂੰ ਅਪੀਲ ਕਰ ਰਹੇ ਹੋ ਤੇ ਕਿਹਦੇ ਕਹਿਣ ਤੇ ਕਰ ਰਹੇ ਹੋ, ਤੇ ਉਹ ਕਿਵੇਂ ਬਚਾਊਗਾ? ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਵੱਖ-ਵੱਖ ਅਕਾਲੀ ਧੜਿਆਂ ਦੇ ਆਗੂਆਂ ਨੂੰ ਕਿਹਾ ਕਿ ਆਪਣੀ ਈਗੋ ਤਿਆਗੋ। ਇਹ ਨਿਰਮਾਣਤਾ ਤੁਹਾਡੇ 'ਚ ਹੀ ਆ ਇਕੱਲਿਆਂ 'ਚ, ਜਾਂ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਕੁਟੰਬ 'ਚ ਹੀ ਆ, ਬਾਦਲ ਲਾਣੇ 'ਚ ਹੀ ਆ ਇਹ ਨਿਰਮਾਣਤਾ? ਬਾਕੀ ਜਿੰਨੇ ਵੀ ਧੜਿਆਂ ਦੇ ਆਗੂ ਨੇ ਈਗੋ 'ਚ ਨੇ, ਉਹ ਹਉਮੈ 'ਚ ਨੇ, ਹੰਕਾਰ 'ਚ ਨੇ, ਤੇ ਤੁਸੀਂ ਬਹੁਤ ਨਿਰਮਾਣਤਾ 'ਚੋਂ। ਗਿਆਨੀ ਹਰਪ੍ਰੀਤ ਸਿੰਘ ਜੀ, ਤੁਸੀਂ ਇੱਕ ਹੋਰ ਗੁਸਤਾਖੀ ਕੀਤੀ ਹੈ, ਸਿੱਖ ਕੌਮ ਨੂੰ ਬਦਤਮੀਜ਼ ਕਿਹਾ। ਆਪਣੇ ਵੈਣ ਪਾਉਂਦਿਆਂ ਕਿਹਾ ਕਿ ਸਿੱਖ ਬਦਤਮੀਜ਼ ਹੋ ਗਏ ਨੇ। ਤਮੀਜ਼ ਦੇ ਵਿੱਚ ਤੁਸੀਂ ਹੋ ਜਾਂ ਪ੍ਰਕਾਸ਼ ਸਿੰਘ ਬਾਦਲ ਹੈ ਜਾਂ ਉਹਦਾ ਲਾਣਾ। ਇਹ ਅੱਜ ਅਕਾਲੀ ਦਲ ਅਗਰ ਖਤਮ ਹੋ ਗਿਆ ਤੇ ਜਿਉਂਦਾ ਉਸ ਦਿਨ ਸੀ ਜਿੱਦਣ ਬਰਗਾੜੀ ਹੋਈ ਸੀ, ਜਿੱਦਣ ਬਰਗਾੜੀ ਵਿੱਚ ਖੂਨ ਖਰਾਬਾ ਕੀਤਾ ਤੇਰੇ ਆਕਾ ਨੇ, ਉਦੋਂ ਅਕਾਲੀ ਦਲ ਜੀਵਤ ਸੀ। ਜਿੱਦਣ ਦਸਮ ਪਾਤਸ਼ਾਹ ਦੀ ਪਵਿੱਤਰ ਆਤਮਾ ਗੁਰੂ ਗ੍ਰੰਥ ਸਾਹਿਬ ਪੈਰਾਂ ਥੱਲੇ ਲਤਾੜਨ ਵਾਲਿਆਂ ਨੂੰ ਸ਼ਰਨ ਦਿੱਤੀ ਤੇਰੇ ਬਾਦਲ ਨੇ, ਜਿੱਦਣ ਸਿੱਖ ਬੱਚਿਆਂ ਨੂੰ ਗੋਲੀਆਂ ਨਾਲ ਵਿੰਨਣ ਵਾਲਿਆਂ ਨੂੰ ਤੁਸੀਂ ਸਰੋਪੇ ਦਿੱਤੇ ਕਮੇਟੀ ਰਾਹੀਂ, ਉਦਣ ਉਸ ਭੱਦਰ ਪੁਰਸ਼ ਨੇ ਉਹਨਾਂ ਨੂੰ ਬਚਾਇਆ, ਉਹਨਾਂ ਤੇ ਕੇਸ ਦਰਜ ਨਹੀਂ ਹੋਣ ਦਿੱਤਾ। ਉਦਣ ਅਕਾਲੀ ਦਲ ਜਿਉਂਦਾ ਸੀ। ਗਿਆਨੀ ਜੀ, ਅਕਾਲੀ ਦਲ ਜਿਉਂਦਾ ਤੇ ਜਿਉਂਦਾ ਰਹੂਗਾ। ਮਰਿਆ ਤੇ ਤੇਰਾ ਆਕਾ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ। ਉਹਦੇ ਕੀਰਨੇ ਪਾਓ, ਉਹਦੇ ਦਰ ਤੇ ਜਾ ਕੇ। ਅਕਾਲ ਤਖਤ ਤੇ ਬਚ ਸਕਣੀ ਇਹ ਨਾ ਲਿਆਓ। ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਥੇਦਾਰ ਦੀ ਚਿੰਤਾ ਗੁਰਧਾਮਾਂ ਦੀ ਸੇਵਾ ਲਈ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਪਾਰਟੀ ਦੇ ਲਈ। ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ, ਨਾ ਕਿ ਕਿਸੇ ਸਿਆਸੀ ਪਾਰਟੀ ਦੇ। ਸਿੱਖ ਪ੍ਰਚਾਰਕ ਭਾਈ ਸਤਨਾਮ ਸਿੰਘ ਚੰਦੜ ਨੇ ਵੀ ਕਿਹਾ ਹੈ, ਜਥੇਦਾਰ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਆਪਣਾ ਬਿਆਨ ਦਿੰਦਿਆਂ ਕਿਹਾ ਹੈ ਕਿ ਜਥੇਦਾਰ ਸਾਹਿਬ ਨੂੰ ਸਮਝਣਾ ਚਾਹੀਦਾ ਹੈ ਕਿ ਖਤਮ ਅਕਾਲੀ ਦਲ ਨਹੀਂ ਹੋਇਆ, ਖਤਮ ਬਾਦਲ ਪਰਿਵਾਰ ਹੋਇਆ। ਹੁਣ ਜਿੱਥੇ ਜਥੇਦਾਰ ਸਾਹਿਬ ਬਾਦਲ ਪਰਿਵਾਰ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ, ਉੱਥੇ ਉਹਨਾਂ ਨੂੰ ਅਕਾਲੀ ਦਲ ਨੂੰ ਬਚਾਉਣ ਦੇ ਲਈ ਬਾਦਲ ਪਰਿਵਾਰ ਦਾ ਅਸਤੀਫਾ ਮੰਗ ਲੈਣਾ ਚਾਹੀਦਾ। ਕਰਨਾ ਤਾਂ ਇਹ ਚਾਹੀਦਾ, ਪਰ ਜਥੇਦਾਰ ਸਾਹਿਬ ਕੁਝ ਹੋਰ ਹੀ ਬਿਆਨ ਦੇ ਰਹੇ ਨੇ। ਕਹਿੰਦੇ ਅਕਾਲੀ ਦਲ ਤਾਂ ਉਦੋਂ ਹੀ ਖਤਮ ਹੋ ਗਿਆ ਸੀ ਜਦੋਂ ਅਕਾਲੀ ਦਲ ਪੰਜਾਬੀ ਪਾਰਟੀ ਬਣ ਗਈ ਸੀ, ਪੰਥਕ ਪਾਰਟੀ ਨਾ ਰਹਿ ਕੇ ਇਸਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ ਸੀ। ਜਥੇਦਾਰ ਸਾਹਿਬ ਜੀ, ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਅਕਾਲੀ ਦਲ ਨਹੀਂ ਖਤਮ ਹੋਇਆ। ਪਹਿਲੀ ਗੱਲ ਤਾਂ ਤੁਸੀਂ ਆਪਣੀ ਸ਼ਬਦਾਵਲੀ ਸੁਧਾਰੋ। ਇਹ ਬਾਦਲ ਦਲ ਖਤਮ ਹੋਇਆ, ਔਰ ਅਕਾਲੀ ਦਲ ਅੱਜ ਦਾ ਨਹੀਂ ਖਤਮ ਹੋਇਆ। ਅਕਾਲੀ ਦਲ ਤਾਂ ਉਸ ਦਿਨ ਤੋਂ ਖਤਮ ਹੋ ਚੁੱਕਾ ਸੀ ਜਿਸ ਦਿਨ ਤੋਂ ਬਾਦਲਾਂ ਨੇ ਇਹ ਫੈਸਲਾ ਲਿਆ ਸੀ ਕਿ ਅਕਾਲੀ ਦਲ ਪੰਥਕ ਪਾਰਟੀ ਨਹੀਂ, ਇਹ ਪੰਜਾਬੀ ਪਾਰਟੀ ਆ। ਅਕਾਲੀ ਦਲ ਤਾਂ ਖਤਮ ਹੋ ਗਿਆ ਸੀ ਉਦੋਂ ਹੀ। ਅਕਾਲੀ ਦਲ ਤਾਂ ਉਦੋਂ ਖਤਮ ਹੋ ਗਿਆ ਜਦੋਂ ਪੰਜਾਬ ਦੇ ਵਿੱਚ ਚਿੱਟਾ ਆ ਗਿਆ ਸੀ। ਅਕਾਲੀ ਦਲ ਤਾਂ ਉਦੋਂ ਖਤਮ ਹੋ ਗਿਆ ਸੀ ਜਦੋਂ ਬਾਦਲ ਪਰਿਵਾਰ ਜਾ ਕੇ ਸੌਦਾ ਸਾਧ ਦੇ ਖੁਰੜਿਆਂ 'ਚ ਬਹਿੰਦਾ ਸੀ। ਕੀ ਉਦੋਂ ਅਕਾਲੀ ਦਲ ਜਿਉਂਦਾ ਸੀ? ਉਹ ਜੇ ਅਕਾਲੀ ਦਲ ਜਿਉਂਦਾ ਹੁੰਦਾ ਨਾ, ਤੇ ਸੌਦਾ ਸਾਧ ਵਰਗੇ ਤੇ ਹੋਰ ਜਿਹੜੇ ਪੰਜਾਬ ਦੇ ਜਿਹੜੇ ਸਿੱਖੀ ਨੂੰ ਮੂੰਹ ਚੜਾਉਣ ਵਾਲੇ ਸਾਧ ਆ ਨਾ, ਉਹਨਾਂ ਦੇ ਜਾ ਕੇ ਪੈਰਾਂ 'ਚ ਨਾ ਬਹਿੰਦੇ। ਜੇ ਅਕਾਲੀ ਦਲ ਜਿਉਂਦਾ ਹੁੰਦਾ ਨਾ, ਤਾਂ ਅਕਾਲ ਤਖਤ ਦਾ ਸਿਆਸੀ ਕਰਨਾ ਹੁੰਦਾ। ਜੇ ਅਕਾਲੀ ਦਲ ਜਿਉਂਦਾ ਹੁੰਦਾ ਨਾ, ਤੇ ਕਦੇ ਵੀ ਗੁਰੂ ਦੀ ਗੋਲਖ ਦਾ ਰੁਪਈਆ
ਕਦੇ ਵੀ ਸੌਦਾ ਸਾਧ ਨੂੰ ਜਸਟੀਫਾਈ ਕਰਨ ਵਾਸਤੇ ਉਹ ਅਖਬਾਰਾਂ 'ਚ ਇਸ਼ਤਿਹਾਰ ਦੇਣ ਵਾਸਤੇ ਨਾ ਵਰਤਿਆ ਜਾਂਦਾ। ਜੇ ਅਕਾਲੀ ਦਲ ਜਿਉਂਦਾ ਹੁੰਦਾ ਨਾ ਤੇ ਜਥੇਦਾਰਾਂ ਨੂੰ ਕਦੇ ਵੀ ਬਾਦਲ ਆਪਣੀ ਕੋਠੀ 'ਚ ਨਾ ਬੁਲਾਉਂਦੇ। ਜੇ ਅਕਾਲੀ ਦਲ ਜਿਉਂਦਾ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਤੇ ਇਹਨਾਂ ਨੂੰ ਇੱਕ ਭੋਰਾ ਜਿੰਨੀ ਵੀ ਕਦੇ ਫਿਕਰ ਨਹੀਂ। ਜਿਸ ਗੁਰੂ ਗ੍ਰੰਥ ਸਾਹਿਬ ਤੋਂ ਪਾਵਰ ਲੈ ਕੇ, ਜਿਸ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਤੇ ਅਕਾਲੀ ਦਲ ਬਣਿਆ ਸੀ, ਤੇ ਉਸ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਚੋਰੀ ਹੋਇਆ, ਦੱਸੋ ਬਾਦਲਾਂ ਨੇ ਕੋਈ ਪਰਵਾਹ ਕੀਤੀ? ਮੇਰੀ ਬੇਨਤੀ ਆ ਜਥੇਦਾਰ ਸਾਹਿਬ ਜੀ, ਆਪਣਾ ਸ਼ਬਦ ਵਾਪਸ ਲਵੋ। ਸਿੱਖ ਬਦਤਮੀਜ਼ ਨਹੀਂ, ਬਦਤਮੀਜ਼ ਉਹ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਦਿਆਂ ਕੋਟਕਪੁਰੇ ਧਰਨਾ ਲਾਇਆ ਸੀਗਾ ਤੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ। ਬਦਤਮੀਜ਼ ਉਹ ਨੇ। ਤੇ ਮੇਰਾ ਅੱਜ ਵੀ ਤੁਹਾਨੂੰ ਇੱਕ ਚੈਲੰਜ ਹੈ, ਜਿਵੇਂ ਤੁਸੀਂ ਹੁਣ ਵੀਡੀਓ ਬਣਾਈ ਹੈ ਨਾ, ਜੇ ਕਿਤੇ ਇੱਕ ਵੀਡੀਓ ਇਦਾਂ ਦੀ ਹੋਰ ਬਣਾਓ ਤੇ ਅੱਜ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰੋ ਕਿ ਬਾਦਲੋ ਤੁਹਾਡੇ ਕਰਕੇ ਅਕਾਲੀ ਦਲ ਖਤਮ ਹੋ ਗਿਆ, ਜਿੰਨੇ ਅਕਾਲੀ ਦਲ ਦੇ ਅਹੁਦੇ ਆ ਤੁਹਾਡੇ ਕੋਲ ਸਾਰਿਆਂ ਤੋਂ ਅਸਤੀਫੇ ਦਿਓ, ਕਰੋ ਇਹ ਹੁਕਮਨਾਮਾ ਜਾਰੀ। ਤੇ ਅੱਜ ਮੈਂ ਵੀ ਤੁਹਾਡੇ ਨਾਲ ਆ ਕੇ ਬਹਿਣਾ। ਅੱਜ ਜੋ ਤੁਸੀਂ ਕਹੋਗੇ ਮੈਂ ਉਵੇਂ ਕਰੂੰਗਾ। ਤੁਸੀਂ ਇਹ ਫਿਕਰ ਲੈ ਰਹੇ ਵੀ ਸਾਡੇ ਆਕਾ ਕਿਉਂ ਹਾਰ ਗਏ, ਤੁਸੀਂ ਉਹ ਫੀਲਿੰਗ ਲੈ ਰਹੇ ਹੈਗੇ। ਸੋ ਬੇਨਤੀ ਆ ਤੁਹਾਡੀ, ਕਿਰਪਾ ਕਰਕੇ ਇਹ ਥੋੜ੍ਹਾ ਜਿਹਾ ਜਥੇਦਾਰ ਹੋ ਤੁਸੀਂ, ਤੇ ਜਥੇਦਾਰਾਂ ਵਾਲੀ ਫੀਲਿੰਗ ਰੱਖੋ, ਜਥੇਦਾਰਾਂ ਵਾਲੀ ਜੁਰਤ ਰੱਖੋ। ਬਾਦਲਾਂ ਦੇ ਚਮਚੇ ਬਣ ਕੇ ਜਾਂ ਬਾਦਲਾਂ ਦਾ ਮਤਲਬ ਕਿ ਉਹ ਬਣ ਕੇ ਉਹਨਾਂ ਦੇ ਜਮੂਰੇ ਬਣ ਕੇ ਨਾ ਤੁਸੀਂ ਵਿਚਰੋ। ਪੰਜਾਬ ਦੇ ਵਿੱਚ ਹੁੰਜਾ ਫੇਰ ਜਿੱਤ ਤੋਂ ਬਾਅਦ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦਾ ਇੱਕ ਪਹਿਲਾ ਫੈਸਲਾ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਵੇਣੂ ਪ੍ਰਸਾਦ ਨੂੰ ਪੰਜਾਬ ਦਾ ਨਵਾਂ ਵਧੀਕ ਚੀਫ ਸਕੱਤਰ ਨਿਯੁਕਤ ਕਰ ਦਿੱਤਾ ਹੈ। ਚੀਫ ਸੈਕਟਰੀ ਦੀ ਨਿਯੁਕਤੀ ਹਾਲਾਂਕਿ ਮੁੱਖ ਮੰਤਰੀ ਵਜੋਂ ਹਲਫ ਲੈਣ ਤੋਂ ਬਾਅਦ ਹੀ ਕੀਤੀ ਜਾਏਗੀ। ਵੇਣੂ ਪ੍ਰਸਾਦ 1991 ਬੈਚ ਦੇ IAS ਅਧਿਕਾਰੀ ਨੇ। ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਹਲਫ ਲੈਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਿੱਚ ਇੱਕ ਨਿਯੁਕਤੀ ਹੈ ਜਿਹੜੀ ਉਹ ਹੋ ਗਈ ਹੈ, ਜਾਂ ਕਹਿ ਸਕਦੇ ਹਾਂ ਕਿ ਨਿਯੁਕਤੀ ਦਾ ਫੈਸਲਾ ਲੈ ਲਿਆ ਗਿਆ। ਵੇਣੂ ਪ੍ਰਸਾਦ ਲੰਬੇ ਸਮੇਂ ਤੱਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ CMD ਰਹੇ ਨੇ ਤੇ ਇਸ ਵੇਲੇ ਆਬਕਾਰੀ ਤੇ ਕਰ ਵਿਭਾਗ ਵਿੱਚ ਪ੍ਰਿੰਸੀਪਲ ਸਕੱਤਰ ਦੇ ਵਜੋਂ ਤਾਇਨਾਤ ਨੇ। ਸੋ ਪੰਜਾਬ ਦੇ ਵਿੱਚ ਵੋਟਾਂ ਦਾ ਦੌਰ ਖਤਮ ਹੋ ਗਿਆ ਹੈ ਤੇ ਹੁਣ ਇਹੀ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਨਵੇਂ ਵਜ਼ੀਰ ਕਿਹੜੇ ਹੋਣਗੇ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਚਿਹਰੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਪਛਾਣਦਾ, ਕੋਈ ਨਹੀਂ ਜਾਣਦਾ। ਪਹਿਲਾਂ ਵਾਲੇ ਜਿਹੜੇ ਲੀਡਰ ਸੀ, ਰਵਾਇਤੀ ਪਾਰਟੀਆਂ ਦੇ ਲੀਡਰ, ਉਹਨਾਂ ਸਾਰਿਆਂ ਦੇ ਨਾਮ ਮੂੰਹ ਤੇ ਚੜੇ ਹੋਏ ਸੀ ਤੇ ਹੁਣ ਸਭ ਤੋਂ ਵੱਡਾ ਚੈਲੰਜ ਲੋਕ ਕਹਿੰਦੇ ਨੇ ਇਹੀ ਹੈ, ਆਪੋ ਆਪਣੇ ਵਿਧਾਇਕਾਂ ਦੀਆਂ ਸ਼ਕਲਾਂ ਤੇ ਉਹਨਾਂ ਦੇ ਨਾਮ ਯਾਦ ਰੱਖਣੇ। ਤੇ ਹੁਣ ਕਿਹੜੇ ਵਿਧਾਇਕ ਜਿਹੜੇ ਨੇ ਲਾਲ ਬੱਤੀ ਵਾਲੀ ਕਾਰ ਲੈ ਕੇ ਜਾਣਗੇ, ਉਹ ਦੇਖਣ ਵਾਲੀ ਗੱਲ ਰਹੇਗੀ। ਸੋ ਵੋਟਾਂ ਭਾਵੇਂ ਖਤਮ ਹੋ ਗਈਆਂ ਨੇ ਪਰ ਇਲਜ਼ਾਮਬਾਜ਼ੀ ਦਾ ਦੌਰ ਹਾਲੇ ਵੀ ਜਾਰੀ ਹੈ ਤੇ ਤਾਜ਼ਾ ਮਾਮਲਾ ਵਿਧਾਨ ਸਭਾ ਹਲਕਾ ਕਪੂਰਥਲਾ ਦਾ ਹੈ, ਜਿੱਥੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਜਿੱਤੇ ਨੇ। ਪਰ ਇੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਨੇ ਹਾਲੇ ਵੀ ਧਰਨਾ ਲਾਇਆ ਹੋਇਆ ਹੈ। ਕਾਊਂਟਿੰਗ ਸੈਂਟਰ ਦੇ ਬਾਹਰ ਧਰਨਾ ਲਾ ਕੇ ਰੱਖਿਆ ਹੈ। ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਵੋਟਾਂ ਦੀ ਹੇਰਾਫੇਰੀ ਦੇ ਇਲਜ਼ਾਮ ਲਾਏ ਨੇ। ਵੋਟਰ ਲਿਸਟਾਂ ਦਿਖਾਉਂਦੇ ਹੋਏ ਮੰਜੂ ਰਾਣਾ ਨੇ ਕਿਹਾ ਕਿ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਇੰਨੀ ਲੀਡ ਕਿਵੇਂ ਹੋ ਗਈ। ਇੱਥੋਂ ਕਹਿੰਦੇ ਸਾਫ਼ ਪਤਾ ਲੱਗਦਾ ਹੈ ਕਿ ਮਸ਼ੀਨਾਂ ਦੇ ਨਾਲ ਛੇੜਛਾੜ ਹੋਈ ਹੈ। ਸਾਨੂੰ ਸੈਂਟਰ ਤੱਕ ਕਾਗਜ਼ ਨਹੀਂ ਲਿਜਾਣ ਦਿੱਤੇ ਗਏ, ਪਰ ਰਾਣਾ ਗੁਰਜੀਤ ਸਿੰਘ ਦੇ ਬੰਦਿਆਂ ਕੋਲ ਕਾਪੀ ਪੈਨ ਸਭ ਕੁਝ ਉਪਲਬਧ ਸੀ। ਉਹਨਾਂ ਚੋਣ ਆਬਜ਼ਰਵਰ ਤੇ ਵੀ ਰਾਣਾ ਗੁਰਜੀਤ ਸਿੰਘ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਅਤੇ ਪ੍ਰਸ਼ਾਸਨ ਨਾਲ ਧੱਕਾ ਮੁੱਕੀ ਦੇ ਇਲਜ਼ਾਮ ਵੀ ਮੰਜੂ ਰਾਣਾ ਨੇ ਲਾਏ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਜੋ ਤੱਕ ਇਨਸਾਫ ਨਹੀਂ ਮਿਲਦਾ ਮੈਂ ਧਰਨੇ ਤੇ ਬੈਠੀ ਰਹਾਂਗੀ। ਜਿਹੜਾ ਚੋਣ ਕਮਿਸ਼ਨ ਆ ਉਹ ਵੀ ਇੱਥੇ ਰਲਿਆ ਹੋਇਆ ਵਾ। ਕੱਲ ਜਦੋਂ ਵੋਟਾਂ ਪਈਆਂ, ਜਿਹੜੀ ਸਾਨੂੰ 20/21 ਨੂੰ ਰਿਟਰਨਿੰਗ ਆਫੀਸਰ ਨੇ ਫਾਰਮ ਨੰਬਰ 5 ਦਿੱਤਾ, ਉਹਦੇ ਚ ਬੂਥ ਨੰਬਰ 3 ਚ 292 ਵੋਟਾਂ ਦਿਖਾਈਆਂ। ਕੱਲ ਜਦੋਂ ਇੱਥੇ ਵੋਟਾਂ ਨਿਕਲੀਆਂ ਉਹਦੇ ਚੋਂ 593 ਵੋਟਾਂ 635 ਵੋਟਾਂ ਨਿਕਲੀਆਂ। ਸਿੱਧਾ 350 ਵੋਟ ਜਿਹੜੀ ਆ ਉਹਦਾ ਕਪਲਾ 350 ਤੋਂ ਉੱਤੇ ਦੀ ਵੋਟ ਦਾ। ਉਸ ਤੋਂ ਬਾਅਦ ਜਦੋਂ 11:30 ਮੈਂ ਲੜੀ ਆਬਜ਼ਰਵਰ ਦੇ ਨਾਲ, ਮੈਨੂੰ ਬਾਹਰ ਕੱਢ ਦਿੱਤਾ ਗਿਆ। ਕੱਢਣ ਤੋਂ ਬਾਅਦ ਅੰਦਰ ਉੱਥੇ ਰਾਣਾ ਗੁਰਜੀਤ ਸਿੰਘ, ਉਹਦੀ ਜਨਾਨੀ ਨਾ ਕਿ ਉਹ ਪੋਲਿੰਗ ਏਜੰਟ ਹੈ ਤੇ ਨਾ ਉਹ ਇਲੈਕਸ਼ਨ ਏਜੰਟ ਹੈ, ਉਹਨੂੰ ਬਿਠਾਇਆ ਨਾਲ। ਮੈਡਮ ਨੀਲਮ ਜਿਹੜੀ ਐਡਵੋਕੇਟ ਹੈ, ਨਾਲ ਇਹਦੇ ਬੰਦੇ, ਨਾਲ ਇਹਦੇ ਪੋਲਿੰਗ ਏਜੰਟ ਬਿਠਾਏ ਹੋਏ। ਮੈਨੂੰ ਬਾਹਰ ਕੱਢ ਦਿੱਤਾ, ਅੰਦਰੋਂ ਕੱਢ ਕੇ ਉਹ ਲਗਾ ਲਿੱਤੇ ਗਏ। ਕੰਪਲੇਂਟ ਕਰ ਲਓ, ਸਾਨੂੰ ਉੱਥੋਂ ਧੂ ਕੇ ਬਾਹਰ ਕੱਢਿਆ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਬੀਜੇਪੀ ਦੇ ਹਾਰ ਤੇ ਪਾਰਟੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਇੱਕ ਸੁਨਾਮੀ ਵਾਂਗੂ ਸੀ, ਪਰ ਸਾਡੇ ਵਰਕਰਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ। ਆਪਣੀ ਜਿੱਤ ਲਈ ਉਹਨਾਂ ਨੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਦਾਅਵਾ ਵੀ ਕੀਤਾ ਕਿ ਕਾਂਗਰਸ ਦੀ ਹਾਰ ਨਾਲ ਬੀਜੇਪੀ ਨੂੰ 2024 ਦੇ ਵਿੱਚ ਫਾਇਦਾ ਹੋਵੇਗਾ। ਆਪਣੇ ਪੁਰਾਣੇ ਭਾਈਵਾਲ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਦਾ ਕਿੰਨਾ ਕੁ ਨੁਕਸਾਨ ਹੋਇਆ, ਇਸ ਸਵਾਲ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਨੁਕਸਾਨ ਤਾਂ ਕੀ ਹੋਣਾ ਸੀ, ਸਾਨੂੰ ਫਾਇਦਾ ਹੀ ਫਾਇਦਾ ਹੋਇਆ, ਕਿਉਂਕਿ ਇਸ ਦੇ ਨਾਲ ਸਾਡੇ ਵੋਟ ਬੈਂਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਸਾਡਾ
ਵੋਟ ਬੈਂਕ ਵਧਿਆ ਹੈ। ਤੇ ਜੇ ਵੋਟ ਫੀਸਦ ਦੇਖ ਲਈਏ ਤਾਂ ਬੀਜੇਪੀ ਦਾ ਵੋਟ ਬੈਂਕ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਾਲੋਂ 1% ਵੱਧ ਗਿਆ ਹੈ ਤੇ ਉਹਨਾਂ ਨੇ ਹਾਲਾਂਕਿ ਇਹ ਵੀ ਮੰਨਿਆ ਹੈ ਕਿ ਕਿਸਾਨ ਅੰਦੋਲਨ ਕਾਰਨ ਬੀਜੇਪੀ ਨੂੰ ਨੁਕਸਾਨ ਹੋਇਆ ਹੈ। ਭੁਲੱਥ ਹਲਕੇ ਤੋਂ ਜਿੱਤਣ ਵਾਲੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਮੁੜ ਤੋਂ ਸਰਗਰਮ ਹੋ ਗਏ ਨੇ। ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ ਬਹਿਬਲ ਕਲਾਂ ਪਿੰਡ ਦੇ ਵਿੱਚ, ਜਿੱਥੇ 2015 ਦੇ ਵਿੱਚ ਗੋਲੀकांड ਵਾਪਰਿਆ ਸੀ। ਸਿੱਖਾਂ ਦੀ ਮੌਤ ਹੋ ਗਈ ਸੀ ਪੁਲਿਸ ਦੀਆਂ ਗੋਲੀਆਂ ਦੇ ਨਾਲ ਤੇ ਉੱਤੇ ਇੱਕ ਸ਼ਹੀਦ ਹੋਣ ਵਾਲੇ ਸਿੱਖ ਦੇ ਪੁੱਤਰ ਸੁਖਰਾਜ ਸਿੰਘ ਨੇ ਧਰਨਾ ਲਾਇਆ ਹੋਇਆ। ਅਣਮਿੱਥੇ ਸਮੇਂ ਦਾ ਇਹ ਧਰਨਾ ਹੈ ਤੇ ਉੱਥੇ ਸੁਖਪਾਲ ਸਿੰਘ ਖਹਿਰਾ ਪਹੁੰਚੇ ਨੇ ਤੇ ਉਹਨਾਂ ਨੇ ਸੁਖਰਾਜ ਦਾ ਸਾਥ ਦੇਣ ਦਾ ਐਲਾਨ ਕੀਤਾ। ਆਪਣੇ ਇਲਾਕੇ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਖਹਿਰਾ ਤੇ ਮੁੜ ਵਿਸ਼ਵਾਸ ਕੀਤਾ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਵੀਂ ਬਣਨ ਜਾ ਰਹੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਤੋਂ ਮੈਂ ਆਸ ਕਰਦਾ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਏਗੀ, ਪੀੜਤਾਂ ਨੂੰ ਇਨਸਾਫ ਮਿਲੇਗਾ। ਅਤੇ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਨੂੰ 6 ਮਹੀਨੇ ਦਾ ਅਲਟੀਮੇਟਮ ਵੀ ਦਿੱਤਾ ਹੈ ਕਿ 6 ਮਹੀਨੇ ਦੇ ਵਿੱਚ ਬੇਅਦਬੀ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ, ਕਿਉਂਕਿ ਹੁਣ ਉਹਨਾਂ ਕੋਲ ਤਾਕਤ ਵੀ ਹੈ ਤੇ ਉਹ ਆਪਣੇ ਆਪ ਨੂੰ ਇਨਸਾਫ ਦੇ ਰਾਖੇ ਵੀ ਕਹਿੰਦੇ ਨੇ। ਉਧਰ ਸੰਗਰੂਰ ਸੀਟ ਦੇ ਵਿੱਚ ਵੱਡੀ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਕੌਰ ਭਰਾਜ ਜਿੱਤਣ ਤੋਂ ਬਾਅਦ ਪਹਿਲੀ ਵਾਰੀ ਆਮ ਲੋਕਾਂ ਦੇ ਰੂਬਰੂ ਹੋਏ ਤੇ ਕਿਸਾਨ ਦੀ ਧੀ ਨੂੰ ਜਿਤਾਉਣ ਦੇ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਬੀਬੀ ਭਰਾਜ ਨੇ ਕਿਹਾ ਕਿ ਮੇਰੀ ਜਿੱਤ ਨਹੀਂ, ਸਗੋਂ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਜਿੱਤ ਹੈ, ਭਰਾਵਾਂ ਦੀ ਜਿੱਤ ਹੈ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ। ਹਾਲਾਂਕਿ ਇਸ ਮੌਕੇ ਬੀਬੀ ਥਰਾਜ ਨੇ ਇਹ ਵੀ ਕਿਹਾ ਕਿ ਮੈਨੂੰ ਆਪਣੀ ਜਿੱਤ ਨਾਲੋਂ ਜ਼ਿਆਦਾ ਖੁਸ਼ੀ ਹੈ ਜਿਹੜੀ ਉਹ ਗੱਦਾਰਾਂ ਦੇ ਹਾਰਨ ਦੀ ਹੈ, ਕਿ ਆਪਣੀ ਜਿੱਤ ਦੀ ਇੰਨੀ ਖੁਸ਼ੀ ਨਹੀਂ ਹੋ ਰਹੀ ਜਿੰਨੀ ਉਹਨਾਂ ਦੇ ਬੇਈਮਾਨ ਲੋਕਾਂ ਦੇ ਹਾਰਨ ਦੀ ਹੋ ਰਹੀ ਹੈ। ਉਹਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਨਿਰਪੱਖ ਹੋ ਕੇ ਵੋਟਾਂ ਪਾਈਆਂ ਤੇ ਮੈਨੂੰ ਜਿਤਾਇਆ ਹੈ। ਸਭ ਤੋਂ ਵੱਧ ਖੁਸ਼ੀ ਜੇ ਮੈਂ ਕਹਾਂ ਤਾਂ ਸੰਗਰੂਰ ਸੀਟ ਜਿੱਤਣ ਦੀ ਜਾਂ ਸਰਕਾਰ ਬਣਨ ਦੀ ਨਹੀਂ, ਜਿੰਨੀ ਖੁਸ਼ੀ ਮੈਨੂੰ ਪੰਜਾਬ ਦੇ ਗੱਦਾਰਾਂ ਨੂੰ ਜਿਵੇਂ ਪੰਜਾਬ ਦੇ ਲੋਕਾਂ ਨੇ ਹਰਾਇਆ, ਜਿੰਨੀ ਖੁਸ਼ੀ ਉਸ ਚੀਜ਼ ਦੀ ਆ, ਉਹ ਸਭ ਤੋਂ ਵੱਡੀ ਸਾਡੇ ਪੰਜਾਬੀਆਂ ਨੂੰ ਉਸ ਚੀਜ਼ ਦੀ ਮੁਬਾਰਕਬਾਦ ਦਿੰਨੀ ਹਾਂ। ਮੈਂ ਇੱਕ ਆਮ ਘਰ ਦੀ ਧੀ ਨੂੰ ਜਿਤਾ ਕੇ ਅੱਜ ਵਿਧਾਨ ਸਭਾ ਦੇ ਵਿੱਚ ਭੇਜ ਰਹੇ ਨੇ ਲੋਕ ਸੰਗਰੂਰ ਦੇ, ਤਾਂ ਜਿਹੜੀ ਜਿੱਤ ਦਾ ਸਿਹਰਾ ਹੈ, ਉਸ ਜਿੱਤ ਦਾ ਸਿਹਰਾ ਕਿਹਨੂੰ ਜਾਂਦਾ ਹੈ? ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ, ਜਿਹੜੇ ਪਿਛਲੇ 10 ਸਾਲਾਂ ਤੋਂ ਭੁੱਖੇ ਢਿੱਡ ਜਿਹੜੀ ਲੜਾਈ ਅੱਜ ਲੜ ਰਹੇ ਸੀ, ਅੱਜ ਉਹ ਜਿੱਤ ਦਾ ਸਿਹਰਾ ਤੁਹਾਨੂੰ ਜਾਂਦਾ। ਤੁਹਾਨੂੰ ਸਲਾਮ ਕਰਦੀ ਹਾਂ, ਕਿਉਂਕਿ ਅੱਜ ਲੋਕ ਜਿੱਤੇ ਨੇ, ਅੱਗੇ ਲੀਡਰ ਜਿੱਤਦੇ ਸੀ, ਅੱਕੇ ਪਏ ਸੀ 70 ਸਾਲਾਂ ਦੇ, ਅੱਕੇ ਪਏ ਸੀ। ਉਧਰ ਭਾਰਤੀ ਚੋਣ ਕਮਿਸ਼ਨ ਨੇ ਚਿੱਠੀ ਜਾਰੀ ਕਰਕੇ ਪੰਜਾਬ ਦੇ ਵਿੱਚ ਲਾਗੂ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ। ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ 8 ਜਨਵਰੀ 2022 ਨੂੰ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਕਾਰਵਾਈ ਕੀਤੀ ਗਈ ਹੈ। ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਕੌਰ ਸਿੱਧੂ ਸਣੇ 122 ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈਣ ਦੇ ਭਗਵੰਤ ਮਾਨ ਨੇ ਹੁਕਮ ਦੇ ਦਿੱਤੇ ਨੇ। ਇਸ ਸੂਚੀ ਦੇ ਵਿੱਚ 122 ਜਣੇ ਸ਼ਾਮਿਲ ਨੇ ਜਿਨ੍ਹਾਂ ਦੀ ਸੁਰੱਖਿਆ ਹਟਾਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਨੇ। ਇਹਦੇ ਵਿੱਚ ਮਨਪ੍ਰੀਤ ਬਾਦਲ, ਰਾਜਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ ਬ੍ਰਹਮ ਮਹਿੰਦਰਾ, ਸੰਗਤ ਸਿੰਘ ਗਿੱਲ ਜੀਆਂ, ਰਣਦੀਪ ਸਿੰਘ ਨਾਭਾ, ਜੈਬ ਸਿੰਘ ਭੱਟੀ, ਰਾਣਾ KP ਸਿੰਘ ਤੇ ਰਜ਼ੀਆ ਸੁਲਤਾਨਾ ਸ਼ਾਮਿਲ ਨੇ। ਇਹਨਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪ੍ਰਗਟ ਸਿੰਘ, ਅਰੁਣਾ ਚੌਧਰੀ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਬਾਜਵਾ, ਸੁਖ ਸਰਕਾਰੀਆ, ਕੁਲਜੀਤ ਨਾਗਰਾ, ਸੁਨੀਲ ਦੱਤੀ, ਕੁਲਦੀਪ ਵੈਦ ਸਮੇਤ 122 ਜਣਿਆਂ ਦੀ ਸੁਰੱਖਿਆ ਵਾਪਸ ਲਈ ਜਾਣ ਦੀ ਹਦਾਇਤ ਦਿੱਤੀ ਗਈ ਹੈ। ਹਦਾਇਤਾਂ ਮੁਤਾਬਿਕ ਸੁਰੱਖਿਆ ਤੋਂ ਹਟਾਏ ਜਾਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਸ਼ਨੀਚਰਵਾਰ ਨੂੰ ਹੀ ਆਪਣੇ ਪਿਤਰੀ ਯੂਨਿਟਾਂ ਨੂੰ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਤੇ ਹਾਈ ਕੋਰਟ ਵੱਲੋਂ ਵਿਸ਼ੇਸ਼ ਹੁਕਮਾਂ ਦੇ ਤਹਿਤ ਲਾਏ ਗਏ ਕਰਮਚਾਰੀਆਂ ਨੂੰ ਨਾ ਹਟਾਏ ਜਾਣ ਦੀ ਗੱਲ ਵੀ ਇਸ ਚਿੱਠੀ ਵਿੱਚ ਕੀਤੀ ਗਈ ਹੈ। ਸੋ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਵਿਭਾਗ ਅਲਰਟ ਤੇ ਹੋ ਗਏ ਨੇ। ਖਾਸ ਤੌਰ ਤੇ ਸਿਹਤ ਵਿਭਾਗ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਹਸਪਤਾਲ ਸਟਾਫ ਨੂੰ ਸਮੇਂ ਤੇ ਡਿਊਟੀ 'ਚ ਪਹੁੰਚਣ ਦੇ ਆਦੇਸ਼ ਦਿੱਤੇ ਗਏ ਨੇ ਤੇ ਸਾਰੇ ਮਰੀਜ਼ਾਂ ਦਾ ਸਮੇਂ ਸਿਰ ਬਿਨਾਂ ਕਿਸੇ ਦੇਰੀ ਦੇ ਇਲਾਜ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ। ਮਰੀਜ਼ਾਂ ਦੇ ਸਾਰੇ ਟੈਸਟ ਹਸਪਤਾਲ 'ਚੋਂ ਹੀ ਕੀਤੇ ਜਾਣ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਦੇ ਹੁਕਮ ਵੱਖ-ਵੱਖ ਜ਼ਿਲ੍ਹਿਆਂ 'ਚੋਂ ਆਉਣੇ ਸ਼ੁਰੂ ਹੋ ਗਏ ਨੇ ਤੇ ਕਈ ਥਾਵਾਂ ਤੇ ਹਸਪਤਾਲ ਦੇ ਸਟਾਫ ਨੂੰ ਇਹ ਵੀ ਹਦਾਇਤਾਂ ਨੇ ਕਿ ਮਰੀਜ਼ਾਂ ਦੇ ਨਾਲ ਸਹੀ ਤਰੀਕੇ ਨਾਲ ਵਿਵਹਾਰ ਹੈ ਜਿਹੜਾ ਉਹ ਵੀ ਕੀਤਾ ਜਾਵੇ ਤੇ ਪੂਰੇ ਪੰਜਾਬ ਦੇ ਵਿੱਚੋਂ ਕਈ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਮਿਲ ਰਹੀਆਂ ਨੇ ਜਦੋਂ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਮੁੱਖ ਮੰਤਰੀ ਦੀਆਂ ਤਸਵੀਰਾਂ ਉਤਾਰ ਕੇ ਸ਼ਹੀਦ ਭਗਤ ਸਿੰਘ ਅਤੇ ਡਾਕਟਰ BR ਅੰਬੇਡਕਰ ਦੀਆਂ ਤਸਵੀਰਾਂ ਲਾ ਵੀ ਦਿੱਤੀਆਂ ਗਈਆਂ ਨੇ।
CBSE ਨੇ 10ਵੀਂ ਜਮਾਤ ਦੇ ਟਰਮ 1 ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 2022 ਦੇ ਵਿੱਚ ਬੋਰਡ ਪ੍ਰੀਖਿਆ 2 ਗੇੜਾਂ ਦੀ ਹੋਵੇਗੀ। ਇਹ ਪਿਛਲੇ ਸਾਲ CBSE ਨੇ ਐਲਾਨ ਕੀਤਾ ਸੀ ਤੇ ਪਹਿਲੇ ਗੇੜ ਦੀ ਜਿਹੜੀ ਪ੍ਰੀਖਿਆ ਹੈ ਟਰਮ 1 ਦੀ ਪ੍ਰੀਖਿਆ ਉਸ ਦੇ ਨਤੀਜੇ ਆ ਗਏ ਨੇ ਤੇ ਤੁਸੀਂ ਜਿਹੜੇ ਵਿਦਿਆਰਥੀ ਨੇ CBSE ਦੇ 10ਵੀਂ ਜਮਾਤ ਦੇ ਵਿਦਿਆਰਥੀ ਉਹ ਆਪਣੇ ਨਤੀਜੇ cbseresults.nic.in ਦੇ ਉੱਤੇ ਨਤੀਜੇ ਦੇਖ ਸਕਦੇ ਨੇ। ਪੰਜਾਬ ਦੇ ਕਸਬਾ ਟਾਂਡਾ ਉੜਮੁੜ ਨੇੜੇ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਦਰਜਨ ਤੋਂ ਵੱਧ ਗਊਆਂ ਨੂੰ ਮਾਰੇ ਜਾਣ ਦੀ ਖਬਰ ਮਿਲੀ ਹੈ। ਘਟਨਾ ਤੇ ਪਰਦਾ ਪਾਉਣ ਦੇ ਲਈ ਗਊਆਂ ਦੇ ਕੋਲ ਆਲੂਆਂ ਦੀਆਂ ਬੋਰੀਆਂ ਰੱਖ ਦਿੱਤੀਆਂ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕੋਈ ਸਪਸ਼ਟੀਕਰਨ ਤਾਂ ਨਹੀਂ ਦਿੱਤਾ ਗਿਆ, ਪਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਜਲੰਧਰ ਜੰਮੂ ਹਾਈਵੇ ਤੇ ਵੱਖ-ਵੱਖ ਹਿੰਦੂ ਜਥੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ ਨਿਯਮਾਂ ਦੇ ਵਿੱਚ ਸੋਧ ਕਰ ਦਿੱਤੀ ਹੈ ਤੇ ਨਵੇਂ ਨਿਯਮਾਂ ਦੇ ਤਹਿਤ ਹੁਣ ਦੇਸ਼ ਦੇ ਨਾਗਰਿਕ ਜੇ ਚਾਹਣ ਤਾਂ ਜਾਣਕਾਰੀ ਆਨਲਾਈਨ ਵੀ ਦੇ ਸਕਦੇ ਨੇ। ਕਾਗਜ਼ੀ ਅਤੇ ਇਲੈਕਟ੍ਰੋਨਿਕ ਤੌਰ ਤੇ ਸਵਾਲਾਂ ਦੇ ਜਵਾਬ ਵੀ ਦੇ ਸਕਣਗੇ। ਜਨਗਣਨਾ ਸੋਧ ਨਿਯਮ 2022 ਇਹ ਦੇਰ ਰਾਤ ਜਾਰੀ ਕੀਤਾ ਗਿਆ, ਸ਼ੁੱਕਰਵਾਰ ਦੀ ਦੇਰ ਰਾਤ ਜਾਰੀ ਕੀਤਾ ਗਿਆ ਹੈ। ਸੋਧੇ ਨਿਯਮਾਂ ਦੇ ਮੁਤਾਬਿਕ ਘਰ ਘਰ ਜਾ ਕੇ ਮਰਦਮਸ਼ੁਮਾਰੀ ਦੀ ਜਾਣਕਾਰੀ ਹਾਸਲ ਕਰਨ ਦੀ ਕਵਾਇਦ ਵੀ ਪਹਿਲਾਂ ਵਾਂਗ ਜਾਰੀ ਰਹੇਗੀ, ਪਰ ਨਾਲ ਆਨਲਾਈਨ ਆਪਸ਼ਨ ਹੈ ਜਿਹੜੀ ਉਹ ਵੀ ਦੇ ਦਿੱਤੀ ਗਈ ਹੈ। ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਦੇਸ਼ ਦੇ ਸਰਵਉੱਤਮ ਹਵਾਈ ਅੱਡੇ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਇਹ ਐਲਾਨ 에ਅਰਪੋਰਟ ਕੌਂਸਲ ਇੰਟਰਨੈਸ਼ਨਲ ਨੇ ਕੀਤਾ। ਕੌਮਾਂਤਰੀ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਮੋਹਾਲੀ ਦਾ ਉਹ ਪਿਛਲੇ 4 ਸਾਲਾਂ ਤੋਂ ਲਗਾਤਾਰ ਏਸ਼ੀਆ ਪੈਸੀਫਿਕ ਬੈਸਟ 에ਅਰਪੋਰਟ ਪੁਰਸਕਾਰ ਜਿੱਤ ਰਿਹਾ ਹੈ ਤੇ ਇਸ 에ਅਰਪੋਰਟ ਨੂੰ ਸਾਰੇ ਖੇਤਰਾਂ ਵਿੱਚ ਵਧੀਆ ਕੰਮ ਕਰਨ ਦੇ ਬਦਲੇ ਅੰਕ ਦਿੱਤੇ ਗਏ ਨੇ। ਪੁਰਸਕਾਰ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਬਿਹਤਰੀਨ ਕਾਰਗੁਜ਼ਾਰੀ ਦੇ ਆਧਾਰ ਤੇ ਹੀ ਦਿੱਤਾ ਗਿਆ ਹੈ। 에ਅਰਪੋਰਟ ਦੇ CEO ਨੇ ਦੱਸਿਆ ਕਿ 에ਅਰਪੋਰਟ ਕੌਂਸਲ ਇੰਟਰਨੈਸ਼ਨਲ ਕਰੀਬ 250 ਹਵਾਈ ਅੱਡਿਆਂ ਦਾ ਸਰਵੇਖਣ ਇਸ ਦੇ ਵੱਲੋਂ ਕੀਤਾ ਗਿਆ ਸੀ। ਇਸ ਦੇ ਵਿੱਚ ਯਾਤਰੀ ਨਾਲ ਸਿੱਧਾ ਸੰਵਾਦ ਕੀਤਾ ਜਾਂਦਾ ਹੈ, ਯਾਨੀ ਕਿ ਯਾਤਰੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ। ਸਫਾਈ ਸਹੂਲਤਾਂ, ਪਾਰਕਿੰਗ ਪ੍ਰਬੰਧ, ਜਾਣ ਦਾ ਸਮਾਂ ਤੇ ਹੋਰ ਕਈ ਪਹਿਲੂਆਂ ਦੇ ਆਧਾਰ ਤੇ ਸਰਵੇ ਕੀਤਾ ਜਾਂਦਾ ਹੈ। ਉਸ ਤੇ ਹੀ 에ਅਰਪੋਰਟ ਨੂੰ ਪੁਆਇੰਟ ਮਿਲਦੇ ਨੇ ਤੇ ਫਿਰ ਇਸ ਵਾਰੀ ਮੋਹਾਲੀ 에ਅਰਪੋਰਟ ਨੂੰ ਸਭ ਤੋਂ ਜ਼ਿਆਦਾ ਅੰਕ ਮਿਲੇ। ਫਗਵਾੜਾ ਤੋਂ ਖਬਰ ਹੈ ਜਿੱਥੇ ਪਿੰਡ ਖਜੂਰਲਾ ਦੇ ਵਿੱਚ ਲੁਟੇਰਿਆਂ ਨੇ ਸ਼ਨੀਚਰਵਾਰ ਤੜਕੇ ATM ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਲੁੱਟ ਲਏ। SBI ਦੇ ਬੈਂਕ ਮੈਨੇਜਰ ਨੇ ਦੱਸਿਆ ਕਿ ਤੜਕਸਾਰ ਕਰੀਬ 3:05 ਤੇ 2 ਲੁਟੇਰੇ ਕਾਰ ਵਿੱਚ ਸਵਾਰ ਹੋ ਕੇ ਆਏ ਤੇ ਉਹਨਾਂ ਗੈਸ ਦੇ ਕਟਰ ਨਾਲ ਤਾਲੇ ਤੋੜ ਕੇ ATM ਮਸ਼ੀਨ ਚੋਂ ਕਰੀਬ 23 ਲੱਖ ਰੁਪਏ ਲੁੱਟ ਲਏ। ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 83 ਸਾਲਾਂ ਦੇ ਭਾਈ ਨਿਰਮਲ ਸਿੰਘ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਆਪਣੇ ਪਿੱਛੇ 2 ਪੁੱਤਰ ਤੇ 3 ਧੀਆਂ ਛੱਡ ਗਏ ਨੇ। ਜਬਲਪੁਰ ਤੋਂ ਖਬਰ ਹੈ ਜਿੱਥੇ ਦਿੱਲੀ ਤੋਂ ਉਤਰੀ ਅਲਾਇੰਸ 에ਅਰ ਦੀ ਉਡਾਣ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਹਵਾਈ ਪੱਟੀ ਤੋਂ ਹੇਠਾਂ ਖਿਸਕ ਗਈ। ਜਹਾਜ਼ ਵਿੱਚ ਅਮਲੇ ਦੇ ਮੈਂਬਰਾਂ ਤੋਂ ਇਲਾਵਾ 55 ਮੁਸਾਫਿਰ ਸਵਾਰ ਸਨ। ਬੁਲੇਟਿਨ ਦੇ ਵਿੱਚ ਪੰਜਾਬ ਦੀਆਂ ਅਹਿਮ ਖਬਰਾਂ ਤੋਂ ਬਾਅਦ ਤੁਹਾਨੂੰ ਰੂਸ ਤੇ ਯੂਕਰੇਨ ਜੰਗ ਦੀਆਂ ਅਪਡੇਟਸ ਦੱਸ ਦਿੰਦੇ ਹਾਂ। ਰੂਸ ਤੇ ਯੂਕਰੇਨ ਦੇ ਵਿਚਾਲੇ ਯੁੱਧ ਲਗਾਤਾਰ ਜਾਰੀ ਹੈ। ਇਸ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਦੀ ਸ਼ਰਾਬ ਅਤੇ ਹੀਰਿਆਂ ਦੇ ਉੱਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ ਹੈ। ਜੋ ਬਾਈਡਨ ਨੇ ਮੁੜ ਇਹ ਦੁਹਰਾਇਆ ਹੈ ਕਿ ਅਮਰੀਕੀ ਫੌਜਾਂ ਯੁੱਧ ਦੇ ਵਿੱਚ ਸ਼ਾਮਿਲ ਨਹੀਂ ਹੋਣਗੀਆਂ। ਰੂਸ ਨੇ ਦਾਅਵਾ ਕੀਤਾ ਕਿ ਯੂਕਰੇਨ ਵੱਲੋਂ ਅਮਰੀਕੀ ਸਾਂਝੇਦਾਰੀ ਦੇ ਨਾਲ ਘਾਤਕ ਜੈਵਿਕ ਤਜਰਬੇ ਕੀਤੇ ਜਾ ਰਹੇ ਨੇ, ਯਾਨੀ ਕਿ ਯੂਕਰੇਨ ਅਤੇ ਰੂਸ ਦੀ ਸਰਹੱਦ ਤੇ ਅਮਰੀਕਾ ਯੂਕਰੇਨ ਦੇ ਵਿੱਚ ਜੈਵਿਕ ਹਥਿਆਰ ਤਿਆਰ ਕਰਵਾ ਰਿਹਾ ਹੈ। ਉਧਰ ਰੂਸੀ ਫੌਜ ਕੀਵ ਦੇ ਨੇੜੇ ਪਹੁੰਚ ਗਈ ਹੈ। ਯੂਕਰੇਨ ਦੇ ਸ਼ਹਿਰਾਂ ਤੇ ਬੰਬਾਰੀ ਲਗਾਤਾਰ ਜਾਰੀ ਹੈ। ਅਮਰੀਕੀ ਰੱਖਿਆ ਅਧਿਕਾਰੀ ਦੇ ਮੁਤਾਬਿਕ ਰੂਸੀ ਫੌਜਾਂ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਗਈਆਂ ਨੇ। ਯੂਕੇ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਬਲਾਂ ਦਾ ਵੱਡਾ ਹਿੱਸਾ ਹੁਣ ਕੀਵ ਦੇ ਸ਼ਹਿਰ ਦੇ ਕੇਂਦਰ ਤੋਂ 25 ਕਿਲੋਮੀਟਰ ਹੀ ਦੂਰ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਰੂਸ ਦੇ ਵੱਲੋਂ ਯੂਕਰੇਨੀ ਜਵਾਬੀ ਹਮਲਿਆਂ ਪ੍ਰਤੀ ਆਪਣੀ ਕਮਜ਼ੋਰੀ ਨੂੰ ਘਟਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਚੇਰਨੀਹੀਵ, ਖਾਰਕੀਵ, ਮਾਰੀਓਪੋਲ ਅਤੇ ਸੁਮੀ ਸ਼ਹਿਰਾਂ ਨੂੰ ਵੀ ਘੇਰਾ ਪਾ ਲਿਆ ਗਿਆ ਹੈ ਤੇ ਉਹਨਾਂ ਨੂੰ ਭਾਰੀ ਗੋਲੀਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੇ ਵਿਚਕਾਰ ਜਿਹੜੀ ਸ਼ਾਂਤੀ ਵਾਰਤਾ ਹੋਈ ਉਹ ਬਿਲਕੁਲ ਬੇਸਿੱਟਾ ਰਹੀ ਹੈ ਤੇ ਯੂਕਰੇਨ ਨੇ ਰੂਸ ਤੇ ਪਰਮਾਣੂ ਅੱਤਵਾਦ ਦਾ ਇਲਜ਼ਾਮ ਲਾਇਆ ਹੈ। ਇਸ ਦੇ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਹੈ ਕਿ ਬਰਤਾਨੀਆ ਆਪਣੇ ਵੱਡੇ ਬਿਆਨਾਂ ਦੇ ਬਾਵਜੂਦ ਵੀ ਯੂਕਰੇਨੀ ਰਿਫਿਊਜੀਆਂ ਦੀ ਮਦਦ ਨਹੀਂ ਕਰ ਰਿਹਾ। ਇਸ ਦੇ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਰੂਸ ਦੀਆਂ ਮਾਵਾਂ ਨੂੰ ਅਪੀਲ ਕੀਤੀ ਹੈ। ਭਾਵੁਕ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਜੰਗ ਦੇ ਵਿੱਚ ਨਾ ਭੇਜਣ। ਉਹਨਾਂ ਰੂਸ ਦੀਆਂ ਮਾਵਾਂ ਨੂੰ ਕਿਹਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਦੂਸਰੇ ਦੇਸ਼ ਤੇ ਹਮਲਾ ਕਰਨ ਦੇ ਲਈ ਨਾ ਭੇਜੋ। ਦੇਖੋ ਕਿ ਤੁਹਾਡਾ ਪੁੱਤ ਕਿੱਥੇ ਹੈ। ਜੇ ਤੁਹਾਨੂੰ ਥੋੜਾ ਜਿਹਾ ਵੀ ਸ਼ੱਕ ਹੈ ਕਿ ਤੁਹਾਡੇ ਪੁੱਤਰ ਨੂੰ ਯੂਕਰੇਨ ਦੇ ਵਿੱਚ ਜੰਗ ਲਈ ਭੇਜਿਆ ਜਾ ਸਕਦਾ ਹੈ ਤਾਂ ਤੁਸੀਂ ਤੁਰੰਤ ਆਪਣੇ ਪੁੱਤ ਨੂੰ ਰੋਕੋ। ਉਧਰ ਅਮਰੀਕਾ ਦੇ ਨਾਲ-ਨਾਲ ਦੁਨੀਆ ਦੇ ਹੋਰ ਕਈ ਮੁਲਕ ਵੀ ਰੂਸ ਤੇ ਲਗਾਮ ਲਾਉਣ ਦੇ ਲਈ ਆਰਥਿਕ ਪਾਬੰਦੀਆਂ ਲਾ ਰਹੇ ਨੇ, ਪਰ ਰੂਸੀ ਰਾਸ਼ਟਰਪਤੀ ਪੁਤਿਨ ਇਸ ਗੱਲ ਤੋਂ ਬਾਜ਼ ਨਹੀਂ ਆ ਰਹੇ। ਲਗਾਤਾਰ ਯੂਕਰੇਨ ਦੇ ਉੱਤੇ ਹਮਲਾ
ਕਰ ਰਹੇ ਨੇ ਤੇ ਹਰ ਦਿਨ ਰੂਸ ਦੇ ਖਿਲਾਫ ਕੋਈ ਨਾ ਕੋਈ ਸਖਤ ਫੈਸਲਾ ਆਰਥਿਕ ਤੌਰ ਤੇ ਜ਼ਰੂਰ ਲਿਆ ਜਾ ਰਿਹਾ ਹੈ, ਪਰ ਰੂਸ ਦੀਆਂ ਫੌਜਾਂ ਵੀ ਯੂਕਰੇਨ ਦੇ ਵਿੱਚ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਯੂਕਰੇਨ ਤੋਂ ਸਾਹਮਣੇ ਆਈਆਂ ਨੇ ਕੁਝ ਤਸਵੀਰਾਂ ਜਿਨ੍ਹਾਂ ਦੇ ਵਿੱਚ ਰੂਸੀ ਫੌਜ ਤੇ ਪੈਟਰੋਲ ਪੰਪ ਸੁੱਟਣ ਦੇ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਖਬਰ ਏਜੰਸੀ ਰॉयटर्स ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਇੱਕ ਡਰੋਨ ਮੋਲੋਟੋਵ ਕਾਕਟੇਲ ਬੰਬ ਲਿਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹਨਾਂ ਡਰੋਨਾਂ ਨੂੰ ਯੂਕਰੇਨ ਦੇ ਖੇਤਰੀ ਸੁਰੱਖਿਆ ਬਲਾਂ ਨੇ ਤਿਆਰ ਕੀਤਾ ਹੈ। ਯੂਕਰੇਨ ਦੀ ਸਰਕਾਰੀ ਪਰਮਾਣੂ ਏਜੰਸੀ ਐਨਰਜੋਆਟਮ ਦੇ ਮੁਖੀ ਨੇ ਕਿਹਾ ਹੈ ਕਿ ਰੂਸ ਜ਼ੈਪੋਰਜ਼ੀਆ ਪਰਮਾਣੂ ਪਲਾਂਟ ਤੇ ਆਪਣਾ ਪੂਰਾ ਕੰਟਰੋਲ ਕਰਨਾ ਚਾਹੁੰਦਾ ਹੈ। ਇੱਕ ਟੀਵੀ ਤੇ ਉਹਨਾਂ ਨੇ ਇੰਟਰਵਿਊ ਦਿੱਤਾ ਜਿਸ ਵਿੱਚ ਕਿਹਾ ਕਿ ਰੋਸੈਟਮ ਦੇ 10 ਅਧਿਕਾਰੀਆਂ ਨੇ 2 ਸੀਨੀਅਰ ਇੰਜੀਨੀਅਰਾਂ ਸਮੇਤ ਪਲਾਂਟ ਵਿੱਚ ਦਾਖਲ ਹੋਣ ਅਤੇ ਪੂਰੇ ਕੰਮ ਦਾ ਕੰਟਰੋਲ ਲੈਣ ਦੀ ਅਸਫਲ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਪਲਾਂਟ ਦੇ ਵਿੱਚ ਆਟੋਮੈਟਿਕ ਹਥਿਆਰਾਂ ਦੇ ਨਾਲ ਲੈਸ ਲਗਭਗ 500 ਰੂਸੀ ਫੌਜੀ ਨੇ ਤੇ ਸਾਡਾ ਸਟਾਫ ਬਹੁਤ ਹੀ ਬੁਰੀ ਸਥਿਤੀ ਦੇ ਵਿੱਚ ਫਸਿਆ ਹੋਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਲੈਟਵੀਆ, ਐਸਤੋਨੀਆ, ਲਿਥੁਆਨੀਆ ਤੇ ਰੋਮਾਨੀਆ ਵਰਗੇ ਮੁਲਕਾਂ ਦੀ ਰੂਸ ਨਾਲ ਲੱਗਦੀ ਸਰਹੱਦ ਤੇ 12,000 ਫੌਜੀ ਭੇਜ ਦਿੱਤੇ ਨੇ। ਹਾਲਾਂਕਿ ਬਾਈਡਨ ਨੇ ਦਾਅਵਾ ਕੀਤਾ ਹੈ, ਜ਼ੋਰ ਦੇ ਕੇ ਕਿਹਾ ਹੈ ਕਿ ਯੂਕਰੇਨ ਦੇ ਵਿੱਚ ਤੀਸਰਾ ਵਿਸ਼ਵ ਯੁੱਧ ਅਸੀਂ ਨਹੀਂ ਲੜਨ ਜਾ ਰਹੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਦੇ ਵੀ ਯੂਕਰੇਨ ਵਿਰੁੱਧ ਛੇੜੀ ਜੰਗ ਦੇ ਵਿੱਚ ਕਾਮਯਾਬ ਨਹੀਂ ਹੋਣਗੇ, ਜੇਤੂ ਨਹੀਂ ਹੋਣਗੇ, ਇਹ ਵੀ ਕਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ। ਤੇ ਅਮਰੀਕੀ ਰਾਸ਼ਟਰਪਤੀ ਦੂਸਰੇ ਪਾਸੇ ਇਹ ਵੀ ਕਹਿ ਰਹੇ ਨੇ ਜੋ ਬਾਈਡਨ ਕਿ ਅਸੀਂ ਯੂਕਰੇਨ ਦੇ ਵਿੱਚ ਫੌਜ ਕਦੇ ਨਹੀਂ ਭੇਜਾਂਗੇ। ਟਵੀਟ ਕੀਤਾ ਹੈ, ਕਹਿੰਦੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਨਾਟੋ ਦੀ ਹਰ ਇੰਚ ਜ਼ਮੀਨ ਦੀ ਰੱਖਿਆ ਕਰਾਂਗੇ, ਪਰ ਅਸੀਂ ਰੂਸ ਦੇ ਖਿਲਾਫ ਯੂਕਰੇਨ ਦੇ ਵਿੱਚ ਜੰਗ ਨਹੀਂ ਕਰਾਂਗੇ। ਨਾਟੋ ਤੇ ਰੂਸ ਵਿਚਾਲੇ ਸਿੱਧੀ ਲੜਾਈ ਤੀਜਾ ਵਿਸ਼ਵ ਯੁੱਧ ਹੋਵੇਗੀ, ਇਹ ਕਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ। ਹਾਲਾਂਕਿ ਅਮਰੀਕਾ ਦੀ ਦੁਨੀਆ ਭਰ ਦੇ ਵਿੱਚ ਜਿਹੜੀ ਨਿਖੇਧੀ ਵੀ ਹੋ ਰਹੀ ਹੈ। ਰੂਸ ਅਤੇ ਅਮਰੀਕਾ ਦੀ ਆਪਸੀ ਲੜਾਈ ਦੇ ਵਿੱਚ ਯੂਕਰੇਨ ਵਿੱਚ ਵਿਚਾਲੇ ਪਿਸ ਰਿਹਾ ਹੈ। ਯੂਕਰੇਨ ਨੂੰ ਬਿਨਾਂ ਮਤਲਬ ਤੋਂ ਹੀ ਬਰਬਾਦ ਕੀਤਾ ਜਾ ਰਿਹਾ ਹੈ ਤੇ ਅਮਰੀਕਾ ਜਿੱਥੇ ਯੂਕਰੇਨ ਨੂੰ ਹਰ ਸੰਭਵ ਮਦਦ ਦੇਣ ਦੇ ਭਰੋਸੇ ਦੇ ਰਿਹਾ ਹੈ ਪਰ ਫੌਜ ਨਹੀਂ ਭੇਜ ਰਿਹਾ, ਸੁਰੱਖਿਆ ਬਲ ਨਹੀਂ ਭੇਜ ਰਿਹਾ, ਉੱਥੇ ਹੀ ਰੂਸ ਦੀਆਂ ਸਰਹੱਦਾਂ ਤੇ 12,000 ਫੌਜੀ ਵੀ ਭੇਜ ਦਿੱਤੇ ਗਏ ਨੇ। ਅੰਦਰ ਖਾਤੇ ਰੂਸ ਦੇ ਰਾਸ਼ਟਰਪਤੀ ਦੇ ਖਿਲਾਫ ਇਹ ਫੌਜਾਂ ਨੇ ਜਿਹੜੀਆਂ ਉਹ ਭੇਜੇ ਜਾਣ ਦੀ ਜਾਣਕਾਰੀ ਮਿਲ ਰਹੀ ਹੈ। ਜਾਂਦੇ ਜਾਂਦੇ ਦਿੱਲੀ ਤੋਂ ਇੱਕ ਖਬਰ ਦੱਸ ਦਿੰਦੇ ਹਾਂ ਜਿੱਥੇ ਸ਼ੁੱਕਰਵਾਰ ਦੇਰ ਰਾਤ ਉੱਤਰ ਪੂਰਬੀ ਦਿੱਲੀ ਦੇ ਗੋਕੁਲਪੁਰੀ ਇਲਾਕੇ ਦੀਆਂ ਝੁੱਗੀਆਂ ਦੇ ਵਿੱਚ ਅੱਗ ਲੱਗਣ ਦੀ ਵੱਡੀ ਘਟਨਾ ਵਾਪਰੀ ਜਿਸ ਦੇ ਵਿੱਚ 7 ਜਣਿਆਂ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ ਦੇ ਸੀਨੀਅਰ ਅਧਿਕਾਰੀ ਅਨੁਸਾਰ ਇਹ ਅੱਗ ਗੋਕੁਲਪੁਰੀ ਪਿੰਡ ਦੇ ਪਿੱਲਰ ਨੰਬਰ 12 ਦੇ ਨੇੜੇ ਰਾਤ 1:03 ਤੇ ਲੱਗੀ। ਇਸ ਕਾਰਨ ਕਰੀਬ 30 ਝੁੱਗੀਆਂ ਪੂਰੀ ਤਰ੍ਹਾਂ ਸੜ ਗਈਆਂ। 60 ਝੁੱਗੀਆਂ ਨੂੰ ਨੁਕਸਾਨ ਪਹੁੰਚਿਆ। ਮੌਕੇ ਤੋਂ 7 ਲਾਸ਼ਾਂ ਵੀ ਬਰਾਮਦ ਹੋਈਆਂ। ਸਿਆਸਤ ਨਾਲ ਜੁੜੀ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਸਮੇਤ 5 ਸੂਬਿਆਂ ਦੇ ਵਿੱਚ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਗਰਸ ਦੀ ਵਰਕਿੰਗ ਕਮੇਟੀ ਐਤਵਾਰ ਨੂੰ ਬੈਠਕ ਕਰੇਗੀ। ਬੰਗਾਲ, ਅਸਾਮ, ਕੇਰਲਾ ਤੇ ਪੁਡੂਚੇਰੀ ਵਿੱਚ ਹਾਰਨ ਤੋਂ ਬਾਅਦ ਪਾਰਟੀ ਦੇ ਲਈ ਇਹ ਦੂਜਾ ਵੱਡਾ ਝਟਕਾ ਹੈ ਕਿ ਪੰਜਾਬ, ਯੂਪੀ, ਉੱਤਰਾਖੰਡ, ਮਨੀਪੁਰ ਤੇ ਗੋਆ ਦੇ ਵਿੱਚ ਵੀ ਕਾਂਗਰਸ ਨੂੰ ਹਾਰ ਮਿਲੀ ਹੈ ਤੇ ਐਤਵਾਰ ਨੂੰ ਕਾਂਗਰਸ ਦੀ ਮੀਟਿੰਗ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਦੇ ਵਿੱਚ ਹੋਏਗੀ। ਹਾਰ ਦੇ ਕਾਰਨਾਂ ਤੇ ਪਾਰਟੀ ਦੀ ਮੁੜ ਸੁਰਜੀਤੀ ਦੇ ਲਈ ਆਤਮ ਮੰਥਨ ਹੈ ਜਿਹੜਾ ਉਹ ਕੀਤਾ ਜਾਊਗਾ। ਵਿਦਿਆਰਥੀਆਂ ਦੇ ਨਾਲ ਜੁੜੀ ਇੱਕ ਹੋਰ ਖਾਸ ਖਬਰ ਹੈ, ਖਾਸ ਕਰਕੇ ਮੈਡੀਕਲ ਦੇ ਵਿਦਿਆਰਥੀਆਂ ਦਾ ਨਾਲ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਖਾਲੀ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਨੂੰ ਭਰਨ ਦੇ ਲਈ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਯਾਨੀ ਕਿ NBE ਨੂੰ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਨੀਟ PG 2021 ਲਈ ਕੱਟ ਆਫ ਨੂੰ 15% ਘਟਾਉਣ ਦੇ ਹੁਕਮ ਦੇ ਦਿੱਤੇ ਨੇ। ਯਾਨੀ ਕਿ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਭਰਨ ਦੇ ਲਈ ਨੀਟ PG ਕੱਟ ਆਫ ਦੇ ਵਿੱਚ 15% ਕਮੀ ਕਰਨ ਦੇ ਹੁਕਮ ਕੇਂਦਰੀ ਸਿਹਤ ਮੰਤਰਾਲੇ ਨੇ ਦੇ ਦਿੱਤੇ ਨੇ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।